ਬੇਟੇ ਅਰੁਲ ਕੁਦਸ ਦੇ ਨਾਂ ਦੇ ਉੱਤੇ ਤੁਹਾਡੀ ਸਾਰਿਆਂ ਦੀ ਸਲਾਮਤੀ ਹੋਏ ਤੇ ਸਾਲੂ ਤੁਹਾਡਾ ਆਪਣਾ ਖਾਦਮ ਜ਼ੈਡਮ ਸਰੋਇਆ ਨਿਊ ਇੰਗਲੈਂਡ ਅਮਰੀਕਾ ਤੋਂ ਪ੍ਰੋਗਰਾਮ ਅੱਖਰ ਲੈ ਕੇ ਹਾਜ਼ਰ ਹੈ। ਮੇਰੇ ਅਜ਼ੀਜ਼ ਦੋਸਤੋ, ਮੇਰੇ ਭਾਈਓ ਤੇ ਭੈਣੋ, ਅੱਜ ਅਸੀਂ ਗੱਲ ਕਰਾਂਗੇ ਉਹੀ ਪ੍ਰੋਗਰਾਮ ਅੱਖਰ ਦੇ ਵਿੱਚ ਜਿਹੜੇ ਸਿਲਸਿਲੇਵਾਰ ਅਸੀਂ ਕਰਨ ਡਏ ਹਾਂ ਕਰੋਨਾ ਦੇ ਮਤਲਕ। ਲੇਕਿਨ ਅੱਜ ਅਸੀਂ ਇਹ ਦੇਖਾਂਗੇ ਕਿ ਹਜ਼ਾਰਾਂ ਸਾਲ ਪਹਿਲਾਂ ਖੁਦਾ ਦੇ ਨਬੀਆਂ ਦੀ ਪੇਸ਼ਨਗੋਈਆਂ ਦੇ ਮੁਤਾਬਕ ਇਹ ਜਿਹੜੀ ਦੁਨੀਆ ਬੰਦ ਹੋਈ, ਅੱਜ ਦੁਨੀਆ ਦੇ ਉੱਤੇ ਵਰਾਨੀ ਤੇ ਤਬਾਹੀ ਮਚ ਗਈ, ਉਹਦਾ ਸਬਬ ਕੀ ਹੈ, ਉਹਦਾ ਕਾਰਨ ਕੀ ਹੈ। ਤੇ ਆਓ ਮੇਰੇ ਨਾਲ ਅੱਜ ਅਸੀਂ ਕਲਾਮੇ ਮੁਕੱਦਸ ਦੇ ਵਿੱਚ ਨੋਵਾ ਦੀ ਕਿਤਾਬ ਯਰਮੀਆ ਦੀ ਮਾਰਫਤ ਲਿਖੀ ਗਈ, ਅੱਜ ਅਸੀਂ ਉਹਦਾ ਮਤਾਲਾ ਕਰਾਂਗੇ। ਕਰੋਨਾ ਪਹਿਲੀ ਵਾਰ ਦੁਨੀਆ ਤੇ ਨਹੀਂ ਆਇਆ, ਇਹ ਨਾਂ ਦਿੱਤਾ ਗਿਆ ਕਰੋਨਾ, ਲੇਕਿਨ ਕਲਾਮੇ ਮੁਕੱਦਸ ਦੇ ਵਿੱਚ ਮੇਰੇ ਅਜ਼ੀਜ਼ੋ ਇਹਦੇ ਬਹੁਤ ਸਾਰੇ ਨਾਂ ਨੇ। ਆਫਤ, ਮੁਸੀਬਤ, ਮੁਸ਼ਕਲ ਜਾਂ ਵਬਾ। ਅੱਜ ਅਸੀਂ ਦੇਖਾਂਗੇ ਕਿ ਇਹ ਦੁਨੀਆ ਜਿਹੜੀ ਪੂਰੀ ਤਕਰੀਬਨ ਦੁਨੀਆ ਉਹ ਬੰਦ ਪਈ ਹੈ। ਸਕੂਲ, ਕਾਲਜ, ਯੂਨੀਵਰਸਿਟੀ, ਬੈਂਕਸ, ਹਰ ਚੀਜ਼ ਜਿਹੜੀ ਹੈ ਉਹ ਬੰਦ ਹੋ ਗਈ। ਲੇਕਿਨ ਕੀ ਇਹ ਕਲਾਮੇ ਮੁਕੱਦਸ ਦੇ ਮੁਤਾਬਕ ਹੈ ਜਾਂ ਨਹੀਂ? ਅੱਜ ਬਹੁਤ ਸਾਰੇ ਲੋਕ ਆਪਣੀ ਆਪਣੀ ਤਰਤੀਬ, ਆਪਣਾ ਆਪਣਾ ਜ਼ਰੀਆ, ਆਪਣੇ ਆਪਣੇ ਖਿਆਲਾਤ ਪੇਸ਼ ਕਰਦੇ ਨੇ ਪਏ। ਲੇਕਿਨ ਆਓ ਅਸੀਂ ਦੇਖੀਏ ਕਲਾਮੇ ਮੁਕੱਦਸ ਦੇ ਮਤਲਬ ਕੀ ਆਖਦਾ ਹੈ। ਨੋਵਾ ਦੀ ਕਿਤਾਬ, ਉਹਦਾ ਪਹਿਲਾ ਬਾਪ, ਉਹਦੀ ਪਹਿਲੀ ਐਤ। ਅਸੀਂ ਜਦੋਂ ਕਲਾਮੇ ਮੁਕੱਦਸ ਦੇਖਦੇ ਹਾਂ, ਨੋਵਾ ਦੇ ਚੰਦ ਬਾਪ ਨੇ, ਮਤਲਬ 5 ਬਾਪ ਨੋਵਾ ਦੇ ਨੇ। ਅਗਰ ਅਸੀਂ ਨੋਵਾ ਦੀ ਕਿਤਾਬ ਦੇ 5 ਹੀ ਬਾਪ ਪੜ੍ਹੀਏ ਤੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਨੋਵਾ ਕੀ ਆਖਣਾ ਚਾਹੁੰਦਾ ਵੇ। ਇਹ ਅਸੀਂ ਸਿਲਸਿਲੇਵਾਰ ਅੱਗੇ ਲੈ ਕੇ ਚੱਲਾਂਗੇ। ਔਰ ਪਹਿਲੀ ਐਤ ਦੇ ਵਿੱਚ ਇਸ ਤਰ੍ਹਾਂ ਲਿਖਿਆ, ਉਹ ਵਸਤੀ ਜਿਹੜੀ ਖਲਕਤ ਦੇ ਨਾਲ ਮਮੂਰ ਸੀ, ਭਰੀ ਹੋਈ ਸੀ, ਕਿੰਜ ਦੀ ਖਾਲੀ ਹੋ ਗਈ। ਉਹ ਖਾਤੂਨ ਅਕਵਾਮੇ ਬੇਵਾਜੀ ਬਣ ਗਈ। ਉਹ ਮੁਲਕ ਜਾਗਰ ਬਣ ਗਈ। ਉਹ ਰਾਤ ਨੂੰ ਜ਼ੋਰ ਜ਼ੋਰ ਰੋਂਦੀ ਏ। ਉਹਦੀਆਂ ਗੱਲਾਂ ਦੇ ਉੱਤੇ ਆਂਸੂ ਟਪਕਦੇ ਨੇ, ਕਿਉਂਕਿ ਉਹਦੇ ਚਾਹਣ ਵਾਲਿਆਂ ਦੇ ਵਿੱਚ ਕੋਈ ਵੀ ਉਹਨੂੰ ਤਸੱਲੀ ਨਹੀਂ ਦਿੰਦਾ। ਉਹਦੇ ਸਾਰੇ ਦੁਸ਼ਮਣਾਂ ਨੇ ਉਹਦੇ ਨਾਲ ਦਗਾਬਾਜ਼ੀ ਕੀਤੀ ਤੇ ਉਹਦੇ ਦੁਸ਼ਮਣ ਬਣ ਗਏ। ਯਹੂਦਾ ਜ਼ੁਲਮ ਤੇ ਸਖਤ ਮਸ਼ੱਕਤ ਦੇ ਸਬਬ ਦੇ ਨਾਲ ਜ਼ਿਲ੍ਹਾ ਵਤਨ ਹੋਇਆ। ਉਹ ਕੌਮ ਦੇ ਦਰਮਿਆਨ ਸਕੂਨਤ ਪਜ਼ੀਰ ਸੀ, ਪਰ ਬੇਆਰਾਮ ਹੈ। ਉਹਦੇ ਸਤਾਣ ਵਾਲਿਆਂ ਨੇ ਉਹਨੂੰ ਆ ਲਿਆ ਔਰ ਸਿਹੂਨ ਦੇ ਵਿੱਚ ਮਾਤਮ ਕਰਦੇ ਨੇ, ਕਿਉਂਕਿ ਈਦ ਦੇ ਲਈ ਕੋਈ ਨਹੀਂ ਆਉਂਦਾ। ਉਹਦੇ ਸਾਰੇ ਫਾਟਕ ਸੰਸਾਰ ਨੇ, ਉਹਦੇ ਕਹਿਣ ਆਵਾਂ ਭਰਦੇ ਨੇ। ਖੁਦਾ ਦੇ ਕਲਾਮ ਦੇ ਪੜ੍ਹੇ ਔਰ ਸੁਣੇ ਜਾਣ ਦੀ ਬਰਕਤ ਹੋਵੇ। ਮੇਰੇ ਅਜ਼ੀਜ਼ੋ, ਅੱਜ ਜਿਹੜੀ ਅਸੀਂ ਪਹਿਲੀ ਆਇਤ ਨੂੰ ਦੇਖ ਰਹੇ ਹਾਂ, ਉਹਦੇ 'ਚ ਲਿਖਿਆ ਹੈ, ਉਹ ਬਸਤੀ ਜਿਹੜੀ ਭਰੀ ਹੋਈ ਸੀ ਖਾਲੀ ਹੋ ਗਈ। ਉਹ ਮੁਲਕ, ਉਹ ਕੌਮ ਬੇਵਾਜੀ ਬਣ ਗਈ। ਉਹ ਰਾਤ ਨੂੰ ਉੱਠ ਕੇ ਰੋਂਦੀ ਏ। ਉਹਦੇ ਆਂਸੂ ਗੱਲਾਂ ਦੇ ਉੱਤੋਂ ਟਪਕਦੇ ਨੇ, ਕਿਉਂਕਿ ਉਹਨੂੰ ਕੋਈ ਤਸੱਲੀ ਦੇਣ ਵਾਲਾ ਨਹੀਂ। ਅੱਜ ਪੂਰੀ ਦੁਨੀਆ ਜਿਹੜੀ ਏ ਉਹ ਰੋਣ ਡਈ ਏ, ਡਰਦੀ ਪਈ ਏ। ਅੱਜ ਫਿਰ ਇੱਥੇ ਕਲਾਮ 'ਚ ਲਿਖਿਆ ਕਿ ਉਹਦੇ ਚਾਹਣ ਵਾਲਿਆਂ ਦੇ 'ਚ ਕੋਈ ਵੀ ਨਹੀਂ ਹੈਗਾ। ਜਿੰਨੇ ਵੀ ਲੋਕ ਦੋਸਤ ਸਨ, ਉਹ ਅੱਜ ਸਾਰਿਆਂ ਨੂੰ ਆਪਣੀ ਆਪਣੀ ਪਈ ਹੋਈ ਹੈ। ਆਪਣੇ ਆਪਣੇ ਰਸਤਿਆਂ ਤੇ ਟੁਰ ਪਏ। ਫਿਰ ਲਿਖਿਆ ਕਿ ਦੁਸ਼ਮਣ ਜਿਹੜੇ ਦੋਸਤ ਸਨ, ਉਹ ਦੁਸ਼ਮਣ ਬਣ ਗਏ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਦਗਾ ਦਿੱਤੀ। ਫਿਰ ਲਿਖਿਆ ਕਿ ਯਹੂਦਾ ਜ਼ੁਲਮ ਤੇ ਸਖਤ ਮਸ਼ੱਕਤ ਦੇ ਸਬਬ ਦੇ ਨਾਲ ਜ਼ਿਲ੍ਹਾ ਵਤਨ ਹੋ ਗਿਆ। ਹੁਣ ਜਿਸ ਦੌਰ ਦੇ ਵਿੱਚ ਹਰ ਬੰਦਾ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਡਿਆ ਹੈ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਡਿਆ ਹੈ। ਲਿਖਿਆ ਉੱਥੇ ਕੋਈ ਰਹਿਣ ਦੇ ਲਈ ਤਿਆਰ ਹੀ ਨਹੀਂ ਹੈਗਾ। ਉਹ ਕੌਮ ਬੇਵਾਜੀ ਬਣ ਗਈ। ਉਹਦੀਆਂ ਰਾਵਾਂ ਤੇ ਮਾਤਮ ਦੀਆਂ ਰਾਵਾਂ ਨੇ, क्योंकि मेरे अजीजों
ਅੱਜ ਤੁਸੀਂ ਦੇਖਦੇ ਹੋ ਪੂਰੀ ਦੁਨੀਆ ਦੇ ਉੱਤੇ ਮਾਤਮ ਬਰਪਾ ਹੋ ਗਿਆ ਹੈ, ਇੱਥੋਂ ਤੱਕ ਕਿ ਲੋਕੀ ਮਰ ਜਾਣ ਤੇ ਉਹਨਾਂ ਨੂੰ ਪਤਾ ਨਹੀਂ ਕਿ ਸਾਨੂੰ ਕੋਈ ਦਫਨਾਏਗਾ ਵੀ ਕਿ ਨਹੀਂ। ਫਿਰ ਲਿਖਿਆ ਹੈ ਉਹਦੇ ਫਾਟਕ ਸੰਸਾਰ ਹੋ ਗਏ, ਖਾਲੀ ਹੋ ਗਏ, ਵਿਰਾਨ ਹੋ ਗਏ, ਤੇ ਉਹਦੇ ਕਾਹਨ ਆਹਾਂ ਪਰਦੇ ਨੇ, ਰੋਂਦੇ ਨੇ, ਕਿਉਂਕਿ ਕੋਈ ਵੀ ਖੁਦਾ ਦੇ ਘਰ ਆਉਣ ਦੇ ਲਈ ਤਿਆਰ ਨਹੀਂ। ਹਰ ਬੰਦਾ ਡਰਦਾ ਹੈ ਕਿ ਕਿਧਰੇ ਮੈਂ ਚਰਚ ਜਾਵਾਂ, ਕਿਧਰੇ ਇਕੱਠੇ ਨਾ ਬਹਿ ਜਾਈਏ ਤੇ ਸਾਨੂੰ ਕਰੋਨਾ ਨਾ ਲੱਗ ਜਾਵੇ। ਲਿਖਿਆ ਉਹਦੀਆਂ ਕੁਆਰੀਆਂ ਮੁਸੀਬਤਾਂ ਨੇ, ਉਹ ਗਮਗੀਨ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੁਸੀਬਤ ਤੋਂ ਬਾਅਦ ਪਤਾ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਦੀ ਜਿਹੀ ਮੁਕੱਦਸ ਰਸਮ ਅਦਾ ਹੋਣੀ ਹੈ ਕਿ ਨਹੀਂ ਹੋਣੀ। ਅਗਰ ਅਸੀਂ ਕਲਾਮੇ ਮੁਕੱਦਸ ਦੇ ਵਿੱਚੋਂ ਇਸੇ ਕਿਤਾਬ ਦੇ ਦੂਸਰੇ ਬਾਪ ਉਹਦੀ ਅਸੀਂ 6 ਆਇਤ ਪੜ੍ਹੀਏ ਤੇ ਉੱਥੇ ਵੀ ਇਸ ਤਰ੍ਹਾਂ ਲਿਖਿਆ ਹੈ ਕਿ ਉਹਨੇ ਦਖਤਰੇ ਯਹੂਦਾ ਦੀ ਬੇਟੀ ਮਾਤਮ ਕਰ ਦਈਏ, ਉਹਨੇ ਆਪਣੇ ਰਹਿਣ ਵਾਲੇ ਜਗ੍ਹਾ ਜਿਹੜੀ ਤਖਤ ਸਨ ਤਿਆਰ ਕੀਤੇ ਸਨ, ਉਹ ਬਾਗ ਜਿਹੜੇ ਨੇ ਉੱਜੜ ਗਏ। ਲੈ ਖੁਦਾਵੰਦ ਨੇ ਮੁਕੱਦਸ ਈਦਾਂ ਤੇ ਸਬਤਾਂ ਨੂੰ ਤੇ ਸਿਹੂਨ ਤੋਂ ਅਲੱਗ ਕਰ ਦਿੱਤਾ। ਮੇਰੇ ਅਜ਼ੀਜ਼ੋ, ਕੀ ਤੁਹਾਡਾ ਖਿਆਲ ਹੈ ਕਿ ਹੁਣ ਜਿਹੜੀ ਈਦ ਆਉਣ ਵਾਲੀ ਹੈ, ਇਹ ਈਦ ਤੁਸੀਂ ਮਨਾ ਲਵੋਗੇ ਜਿਵੇਂ ਪਹਿਲੇ ਵਕਤਾਂ ਦੇ ਉੱਤੇ ਪੂਰੀ ਦੁਨੀਆ ਦੀ ਹੁਕੂਮਤਾਂ ਨੇ ਤਾਲੇ ਲਾ ਦਿੱਤੇ, ਪਾਬੰਦੀਆਂ ਲਾ ਦਿੱਤੀਆਂ। ਅਗਰ ਉਹ ਚਰਚ ਹੋਵੇ, ਮਸਜਿਦ ਹੋਵੇ, ਮੰਦਰ ਹੋਵੇ, ਕੋਈ ਵੀ ਉੱਥੇ ਇਕੱਠਾ ਨਹੀਂ ਹੋ ਸਕਦਾ। ਫਿਰ ਲਿਖਿਆ 13 ਆਇਤ, ਯਰੂਸ਼ਲਮ ਦੀ ਕੁੜੀ ਨੂੰ ਨਸੀਹਤ ਕਰੋ, ਉਹਨੂੰ ਤੰਬੀ ਕਰੋ, ਐ ਯਰੂਸ਼ਲਮ ਦੀ ਉਹ ਕੁਆਰੀਓ, ਤੁਹਾਨੂੰ ਮੈਂ ਕਿਹਦੇ ਨਾਲ ਤਸ਼ਬੀਹ ਦਵਾਂ, ਕਿਹਦੇ ਨਾਲ ਮਿਸਾਲ ਦਵਾਂ, ਕਿਉਂਕਿ ਤੁਹਾਡਾ ਜ਼ਖਮ ਵੱਡਾ ਵੇ। ਫਿਰ ਇੱਥੇ 15 ਚ ਲਿਖਿਆ ਸਾਰੇ ਆਉਣ ਵਾਲੇ ਤਾਲੀਆਂ ਵਜਾਉਂਦੇ ਨੇ। ਹੁਣ ਤੁਸੀਂ ਸਿਰਫ ਇਸ ਕਰੋਨਾ ਨੂੰ ਮਜ਼ਾਕ ਦੇ ਵਿੱਚ ਲੈ ਲਿਆ, ਲੇਕਿਨ ਹਜ਼ਾਰਾਂ ਲੱਖਾਂ ਲੋਕ ਮਰ ਗਏ। ਹਜੇ ਵੀ ਵਕਤ ਹੈ ਖੁਦਾ ਦੇ ਕਦਮਾਂ ਦੇ ਚ ਡਿੱਗ ਜਾਣ ਦਾ। ਫਿਰ ਲਿਖਿਆ ਯਰੂਸ਼ਲਮ ਦੀਆਂ ਕੁੜੀਆਂ ਸਿਸਕਦੀਆਂ ਨੇ, ਰੋਂਦੀਆਂ ਨੇ, ਆਂਸੂ ਬਹਾਉਂਦੀਆਂ ਨੇ ਤੇ ਸਰ ਹਿਲਾਉਂਦੀਆਂ ਨੇ। ਇਹ ਉਹ ਸ਼ਹਿਰ ਹੈ ਜਿੱਥੇ ਲੋਕਾਂ ਦਾ ਕਮਾਲ ਹੁਸਨ ਸੀ, ਉਹਦੀ ਖੂਬਸੂਰਤੀ ਸੀ, ਉੱਥੇ ਖੂਬਸੂਰਤੀ ਵਿਕਦੀ ਸੀ। ਅੱਜ ਇਟਲੀ ਦੀ ਤਰਫ ਦੇਖੋ, ਹੁਸਨ ਦਾ ਸ਼ਹਿਰ, ਖੂਬਸੂਰਤੀ ਦਾ ਸ਼ਹਿਰ ਬਰਬਾਦ ਹੋ ਗਿਆ। ਚਾਈਨਾ ਦੇਖੋ, ਪੂਰੀ ਦੁਨੀਆ ਦੇ ਉੱਤੇ ਆਪਣਾ ਮਾਲ ਸਪਲਾਈ ਕਰਦਾ ਸੀ, ਇੱਕ ਹੀ ਪਲ ਦੇ ਨਾਲ ਖੁਦਾ ਨੇ ਡਾਊਨ ਕਰ ਦਿੱਤਾ। ਯੂਰਪ ਆਪਣੀਆਂ ਬਾਹਾਂ ਖੜੀਆਂ ਕਰ ਗਿਆ, ਜਰਮਨੀ ਆਪਣੀਆਂ ਬਾਹਾਂ ਖੜੀਆਂ ਕਰ ਗਿਆ, ਅਮਰੀਕਾ ਦੌੜ ਦੇ ਵਿੱਚ ਲੱਗਾ ਹੋਇਆ ਹੈ ਕਿ ਇੱਕ ਛੋਟੀ ਜੀ ਕਰੋਨਾ ਵਾਇਰਸ ਨੂੰ ਕਿਵੇਂ ਫੜ ਲਈਏ। ਫਿਰ ਲਿਖਿਆ ਕਲਾਮ ਚ ਲਿਖਿਆ ਕਿ ਤੂੰ ਬਿਲਕੁਲ ਆਰਾਮ ਨਾ ਕਰ। ਇਹਦਾ ਹੱਲ ਜਿਹੜਾ ਹੈ ਉਹ ਵੇ ਤੂੰ ਬਿਲਕੁਲ ਆਰਾਮ ਨਾ ਕਰ, ਤੇਰੀ ਅੱਖ ਦੀ ਪੁਤਲੀ ਜਿਹੜੀ ਹੈ ਆਰਾਮ ਨਾ ਲਵੇ। ਉੱਠ ਰਾਤ ਦੇ ਪਹਿਰਾਂ ਦੇ ਵਿੱਚ 18 ਆਇਤ ਚ ਸ਼ੁਰੂ ਦੇ ਵਿੱਚ ਹੀ ਫਰਿਆਦ ਕਰ, ਰੱਬ ਦੇ ਅੱਗੇ ਗੜਗੜਾ, ਇਹੀ ਉਹਦਾ ਹੱਲ ਹੈ। ਔਰ ਆਪਣਾ ਦਿਲ ਪਾਣੀ ਦੇ ਵਾਂਗ ਹੰਡੇਲ ਦੇ, ਉਹਦੇ ਹਜ਼ੂਰ ਦਸਤੇ ਦੁਆ ਬੁਲੰਦ ਕਰ ਔਰ ਖੁਦਾਵੰਦ ਤੇ ਨਜ਼ਰ ਰੱਖ ਔਰ ਵੇਖ ਕੋਈ ਤੈਨੂੰ ਬਚਾ ਸਕਦਾ ਹੈ। ਫਿਰ ਲਿਖਿਆ ਹੈ, ਅਗਰ ਅਸੀਂ 3 ਬਾਪ ਉਹਦੀ 38 ਆਇਤ ਪੜ੍ਹੀਏ, ਉੱਥੇ ਲਿਖਿਆ ਕਿ ਬੁਲਾਈ ਤੇ ਬੁਰਾਈ ਹੱਕ ਤਾਲਾ ਦੇ ਹੁਕਮ ਦੇ ਨਾਲ ਨਹੀਂ ਆਉਂਦੀ। ਬਸ ਆਦਮੀ ਜਿੰਦੇ ਜੀ ਕਿਉਂ ਸ਼ਿਕਾਇਤ ਕਰਦਾ ਹੈ ਜਦ ਕਿ ਉਹਦੇ ਗੁਨਾਹਾਂ ਦੀ ਸਜ਼ਾ ਮਿਲਦੀ ਹੈ। ਇਹ ਜਿਹੜਾ ਕਰੋਨਾ ਹੈ ਨਾ ਮੇਰੇ ਅਜ਼ੀਜ਼ੋ, ਇਨਸਾਨਾਂ ਦੇ ਗੁਨਾਹਾਂ ਦੀ ਸਜ਼ਾ ਹੈ, ਕਿਉਂਕਿ ਇਨਸਾਨ ਖੁਦਾ ਦੇ ਕੋਲੋਂ ਦੂਰ ਚਲੇ ਗਏ। ਇਨਸਾਨਾਂ ਨੇ ਖੁਦਾ ਤੋਂ
ਆਪਣੇ ਆਪ ਨੂੰ ਦੂਰ ਕਰ ਲਿਆ। ਜਿੰਨੇ ਤੁਸੀਂ ਕਰੋਨਾ ਤੋਂ ਡਰਦੇ ਹੋ, ਕਾਸ਼ ਕਿ ਇੰਨੇ ਕਦੀ ਖੁਦਾ ਤੋਂ ਡਰੋ ਔਰ ਨੈਨਵਾ ਦੇ ਸ਼ਹਿਰ ਦੇ ਵਾਂਗ ਅਗਰ ਟਾਟ ਉੱਡ ਕੇ ਆਪਣੇ ਸਿਰ 'ਚ ਮਿੱਟੀ ਪਾ ਕੇ ਖੁਦਾ ਦੇ ਸਾਹਮਣੇ ਸਰਨਗੂ ਹੋ ਜਾਓ, ਰੋਜ਼ੇ ਤੇ ਦੁਆ ਦੇ ਵਿੱਚ ਠਹਿਰ ਜਾਓ, ਤੇ ਕਰੋਨਾ ਜਿਹੀ ਬਿਮਾਰੀ ਹਮੇਸ਼ਾ ਲਈ ਚਲੀ ਜਾਵੇਗੀ। ਮੇਰੇ ਅਜ਼ੀਜ਼ੋ, ਖੁਦਾਵੰਦ ਤੁਹਾਨੂੰ ਇਸੇ ਕਲਾਮ ਦੇ ਜ਼ਰੀਏ ਬਹੁਤ ਸਾਰੀ ਬਰਕਤ ਦੇਵੇ। ਆਮੀਨ। ਆਓ ਦੁਆ ਕਰੀਏ।